ओ तेरे नाम दा रंग ऐसा चढ़े आई माँ, तेरे लाल ने तेरा पल्ला फड़े आई माँ। तेरे नाम दा रंग ऐसा चढ़े आई माँ, तेरे लाल ने तेरा पल्ला फड़े आई माँ। ਹੈਲੋ ਦੋਸਤੋ, ਮੈਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਸਮਾਈਲ ਗਰਾਊਂਡ ਰਿਪੋਰਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਚਰਚਾ ਕਰਾਂਗੇ ਕਿਡਨੀ ਦੇ ਸੰਬੰਧ ਵਿੱਚ। ਕਿਡਨੀ ਇੱਕ ਬੋਡੀ ਦਾ ਮਹੱਤਵਪੂਰਨ ਪਾਰਟ ਹੈ। ਕੁਛ ਵੀ ਆਪਾਂ ਖਾਈਏ, ਕੁਛ ਵੀ ਆਪਾਂ ਪੀਏ, ਉਹਦੇ ਵਿੱਚ ਕਿਡਨੀ ਦਾ ਮਹੱਤਵਪੂਰਨ ਯੋਗਦਾਨ ਹੈ। ਅਤੇ ਕਿਡਨੀ ਕਿਸ ਤਰ੍ਹਾਂ ਕੰਮ ਕਰਦੀ ਹੈ, ਕਿਡਨੀ ਦੀਆਂ ਬਿਮਾਰੀਆਂ ਕਿਸ ਤਰ੍ਹਾਂ ਹੁੰਦੀਆਂ ਨੇ, ਕਿਡਨੀ ਦੀਆਂ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ। ਅਤੇ ਅੱਜ ਸਾਡੇ ਨਾਲ ਨੇ ਡਾਕਟਰ ਹਰਮੀਤ ਰਾਇਆਤ, ਜਿਹੜੇ MD ਮੈਡੀਸਿਨ ਨੇ ਅਤੇ DMT ਨੈਫਰੋਲੋਜੀ ਹੋ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿਡਨੀ ਜਿਹੜੀ ਹੈ ਕੀ ਹੈ। ਇੱਕ ਜਿਹੜੀ ਵਰਲਡ ਵਾਈਜ਼ ਜਿਹੜੀ ਇੱਕ ਆਰਟੀਕਲ ਅਨੁਸਾਰ ਵਰਲਡ ਵਾਈਜ਼ ਜਿਹੜੀ ਕਿਡਨੀ ਇਸ ਵੇਲੇ 9% ਲੋਕਾਂ ਨੂੰ ਕਿਡਨੀ ਦੇ ਜਿਹੜੇ ਰੋਗ ਨੇ, ਡਿਸੀਜ਼ ਜਿਹੜੀ ਹੈ ਕਿਡਨੀ ਦੇ ਸ਼ਿਕਾਰ ਨੇ। ਅਤੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਬਿਮਾਰੀ ਹਿੰਦੁਸਤਾਨ ਦੇ ਵਿੱਚ ਕਿਡਨੀ ਦੇ ਰੋਗਾਂ ਤੋਂ ਬਾਅਦ ਜਿਹੜੇ ਮਰੀਜ਼ ਨੇ ਮਹਿਸੂਸ ਕਰਦੇ ਨੇ। ਜੀ ਡਾਕਟਰ ਸਾਹਿਬ। ਨਮਸਕਾਰ ਜੀ ਸਰ। ਇੱਦਾਂ ਹੈ ਕਿ ਇੰਡੀਆ ਦੇ ਵਿੱਚ ਅਪ ਟੂ 17% ਲੋਕ ਮਾਈਲਡ ਕਿਡਨੀ ਪ੍ਰੋਬਲਮ ਨੂੰ ਜੇ ਅਸੀਂ ਲੈ ਕੇ ਚੱਲੀਏ ਅਤੇ ਮੇਜਰ, ਮਾਈਲਡ ਟੂ ਮੇਜਰ ਸਾਰੇ ਮਿਲਾ ਕੇ 17% ਲੋਕਾਂ ਨੂੰ ਕਿਡਨੀ ਦੀ ਪ੍ਰੋਬਲਮ ਹੋ ਸਕਦੀ ਆ। ਸੀਵੀਅਰ ਵਾਲੇ ਕੇਸ ਘੱਟ ਹੁੰਦੇ ਆ। ਬਹੁਤ ਪੇਸ਼ੈਂਟ ਇੱਦਾਂ ਦੇ ਵੀ ਹੁੰਦੇ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਸਾਨੂੰ ਕਿਡਨੀ ਦੀ ਪ੍ਰੋਬਲਮ ਹੈਗੀ ਆ। ਇਹਦਾ ਮਤਲਬ ਆ ਕਿ ਹਰ 5 ਚੋਂ 1 ਬੰਦਿਆਂ ਨੂੰ ਥੋੜ੍ਹੀ ਬਹੁਤੀ ਕਿਡਨੀ ਦੀ ਪ੍ਰੋਬਲਮ ਹੋ ਸਕਦੀ ਆ। ਸਰ, ਕਿਡਨੀ ਪ੍ਰੋਬਲਮ ਦੇ ਪ੍ਰਮੁੱਖ ਕਾਰਨ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਹਾਰਟ ਦੇ ਜਿਹੜੇ ਮਰੀਜ਼ ਓਵਰਵੇਟ ਆ, ਆਪਣੀ ਹਾਈਟ ਨਾਲੋਂ ਜਿਨ੍ਹਾਂ ਦਾ ਵੇਟ ਜ਼ਿਆਦਾ ਆ, ਜਿਹੜੇ ਪੇਸ਼ੈਂਟਸ ਬਹੁਤ ਜ਼ਿਆਦਾ ਮਾਤਰਾ ਵਿੱਚ ਪੇਨ ਕਿਲਰ ਮੈਡੀਸਿਨਸ ਲੈਂਦੇ ਆ, ਜਿਹੜੇ ਪੇਸ਼ੈਂਟਸ ਨੂੰ ਕਿਡਨੀ ਸਟੋਨਸ ਦੀ ਪ੍ਰੋਬਲਮ ਹੁੰਦੀ ਆ, ਜਾਂ ਜੈਨੇਟਿਕ ਫੈਕਟਰਸ, ਹੈਰੀਡਿਟਰੀ ਕਿ ਖਾਨਦਾਨ ਵਿੱਚ ਕਾਫੀ ਮੈਂਬਰਸ ਨੂੰ ਕਿਡਨੀ ਦੀ ਪ੍ਰੋਬਲਮ ਹੈਗੀ ਆ, ਇਹ ਸਾਰੇ ਲੋਕੀ ਐਟ ਰਿਸਕ ਹੁੰਦੇ ਆ ਕਿਡਨੀ ਦੀ ਪ੍ਰੋਬਲਮ ਬਣਨ 'ਤੇ। ਡਾਕਟਰ ਗੱਲ ਕਰੀਏ ਕਿਡਨੀ ਦੇ ਰੋਗਾਂ ਦੀ, ਕਿਸ ਤਰ੍ਹਾਂ ਦੇ ਲੱਛਣ ਜਿਹੜੇ ਹੁੰਦੇ ਨੇ ਤਾਂ ਜੋ ਮਰੀਜ਼ ਨੂੰ ਪਤਾ ਚੱਲ ਜਾਏ ਵੀ ਮੈਂ ਕਿਡਨੀ ਦੇ ਰੋਗ ਦਾ ਸ਼ਿਕਾਰ ਹੋ ਰਿਹਾ। ਸਰ, ਜਿੱਦਾਂ ਤੁਸੀਂ ਕਿਹਾ ਕਿ ਕਾਫੀ ਮਰੀਜ਼ਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਕਿ ਕਿਡਨੀ ਦੀ ਪ੍ਰੋਬਲਮ ਆ, ਮਾਈਲਡ ਪ੍ਰੋਬਲਮ ਵੀ, ਅਤੇ ਈਵਨ ਕਈ ਪੇਸ਼ੈਂਟ ਸਾਡੇ ਕੋਲ ਲਾਸਟ ਸਟੇਜ ਵਿੱਚ ਆਉਂਦੇ ਆ। ਇਹਦਾ ਕਾਰਨ ਇਹ ਆ ਕਿ ਕੁਦਰਤ ਨੇ ਸਾਨੂੰ ਬਹੁਤ ਰਿਜ਼ਰਵ ਦਿੱਤਾ ਹੋਇਆ। ਕਿਡਨੀ ਦੇ ਸਿੰਪਟਮਸ ਉਦੋਂ ਹੀ ਆਉਣੇ ਸ਼ੁਰੂ ਹੁੰਦੇ ਜਦੋਂ ਕਿਡਨੀ ਦਾ ਕੰਮ 20% ਤੋਂ ਵੀ ਘੱਟ ਜਾਂਦਾ ਆ। ਈਵਨ ਰਿਪੋਰਟਾਂ ਵਿੱਚ ਵੀ ਕਿਡਨੀ ਦੀ ਪ੍ਰੋਬਲਮ ਉਦੋਂ ਆਉਂਦੀ ਜਦੋਂ ਕਿਡਨੀ ਦਾ ਕੰਮ 50% ਤੋਂ ਡਾਊਨ ਚਲੇ ਜਾਂਦਾ ਆ। ਕੁਛ ਜਿਹੜੇ ਆਮ ਤੌਰ 'ਤੇ ਸਿੰਪਟਮਸ ਜਿਹਦੇ ਨਾਲ ਇੱਕ ਮੈਡੀਸਿਨ ਦਾ ਡਾਕਟਰ ਸਸਪੈਕਟ ਕਰਦਾ ਹੈ ਕਿ ਤੁਹਾਨੂੰ ਕਿਡਨੀ ਪ੍ਰੋਬਲਮ ਹੋ ਸਕਦੀ ਆ, ਜਿਵੇਂ ਕਿ ਪੈਰਾਂ ਵਿੱਚ ਸੋਜਿਸ਼ ਆਉਣਾ, ਸਵੇਰੇ ਉੱਠਣਾ, ਚਿਹਰੇ 'ਤੇ ਸੋਜਿਸ਼ ਆਉਣਾ, ਅੱਖਾਂ ਦੇ ਆਲੇ ਦੁਆਲੇ ਸੋਜਿਸ਼ ਹੋਣਾ, ਪਿਸ਼ਾਬ ਕਰਨ 'ਚ ਕੋਈ ਪ੍ਰੋਬਲਮ ਹੋਣਾ, ਪਿਸ਼ਾਬ ਲੱਗ ਕੇ ਆਉਣਾ, ਪਿਸ਼ਾਬ ਰੁਕ ਕੇ ਆਉਣਾ। ਹਾਲਾਂਕਿ ਇਹ ਡਾਇਰੈਕਟਲੀ ਕਿਡਨੀ ਨਾਲ ਰਿਲੇਟਡ ਨਹੀਂ ਹੈਗਾ, ਨੀਚੇ ਜਿਹੜਾ ਸਾਡਾ ਯੂਰੀਨਰੀ ਟਰੈਕਟ ਉਹਦੇ ਨਾਲ ਰਿਲੇਸ਼ਨ ਹੈਗਾ, ਬਟ ਯੂਰੀਨਰੀ ਟਰੈਕਟ ਪ੍ਰੋਬਲਮਸ ਲੰਬੇ ਸਮੇਂ ਨਾਲ ਅਲਟੀਮੇਟਲੀ ਨੂੰ ਅਫੈਕਟ ਕਰਦੀਆਂ ਆ। ਰਾਤ ਨੂੰ ਘੜੀ ਘੜੀ ਪਿਸ਼ਾਬ ਲਈ ਉੱਠਣਾ, ਪਿਸ਼ਾਬ ਦੇ ਵਿੱਚ ਝੱਗ ਆਉਣਾ, ਯੰਗ ਏਜ ਵਾਲੇ ਬੰਦੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋਣਾ, ਪਿਸ਼ਾਬ ਦੇ ਵਿੱਚ ਬਲੱਡ ਆਉਣਾ, ਇਹ ਸਾਰੇ ਕੁਛ ਆਮ ਲੱਛਣ ਹੈਗੇ ਆ ਕਿਡਨੀ ਦੀਆਂ ਪ੍ਰੋਬਲਮਸ ਦੇ। ਕਿਸ ਤਰ੍ਹਾਂ ਲਾਈਫ ਸਟਾਈਲ ਹੋਣਾ ਚਾਹੀਦਾ ਤਾਂ ਜੋ ਬੰਦੇ ਨੂੰ ਕਿਡਨੀ ਦੇ ਰੋਗ ਹੋਣ ਹੀ ਨਾ, ਜਾਂ ਕਿਡਨੀ ਦੇ ਰੋਗਾਂ ਤੋਂ ਬਚਿਆ ਜਾ ਸਕਦਾ। ਕੁਛ ਇਸ ਤਰ੍ਹਾਂ ਦੇ ਟਿਪਸ ਸਾਡੇ ਦਰਸ਼ਕਾਂ ਨੂੰ ਦਿਓ ਤਾਂ ਜੋ ਉਹ ਕਿਡਨੀ ਦੇ ਰੋਗਾਂ ਤੋਂ ਬਚਣ। ਸਰ, ਜਿਵੇਂ ਕਿ ਇੱਕ ਕਹਾਵਤ ਆ ਕਿ ਹੈਲਦੀ ਮਾਈਂਡ ਸਟੇਜ਼ ਇਨ ਦਾ ਹੈਲਦੀ ਬੋਡੀ। ਇੱਕ ਤੰਦਰੁਸਤ ਸਰੀਰ ਵਿੱਚ ਦਿਮਾਗ ਵੀ ਤੰਦਰੁਸਤ ਰਹੂਗਾ, ਅਤੇ ਇੱਦਾਂ ਹੀ ਤੰਦਰੁਸਤ ਸਰੀਰ ਦੀ ਕਿਡਨੀ ਵੀ ਤੰਦਰੁਸਤ ਰਹੂਗੀ। ਤਾਂ ਬੇਸਿਕਲੀ ਕਿਡਨੀ ਦੀ ਸੰਭਾਲ ਲਈ ਸਾਨੂੰ ਕੋਈ ਅਲੱਗ ਤੋਂ ਐਕਟੀਵਿਟੀ ਨਹੀਂ ਕਰਨੀ ਹੈਗੀ। ਜਿਹੜੀ ਜਨਰਲ ਹੈਲਦੀ ਲਾਈਫ ਸਟਾਈਲ ਹੈਗੇ ਆ, ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਮੈਂ ਮੰਨਦੀ ਹਾਂ ਇੰਨੇ ਪੇਸ਼ੈਂਟਸ ਦੇਖਣ ਤੋਂ ਬਾਅਦ, ਇੰਨੀ ਪੜ੍ਹਾਈ ਕਰਨ ਤੋਂ ਬਾਅਦ ਵੀ, ਕਿ ਇੱਕ ਮੇਜਰ ਕਾਰਨ ਜਿਹਨੂੰ ਅਸੀਂ ਬਿਮਾਰੀ ਨਹੀਂ ਸਮਝਦੇ ਪਰ ਉਹ ਐਕਚੁਅਲੀ ਬਿਮਾਰੀ ਹੈਗੀ ਮੋਟਾਪਾ। ਮੋਟਾਪੇ ਦੇ ਵੀ ਬਹੁਤ ਕਾਰਨ ਹੋ ਸਕਦੇ ਆ, ਜਿੱਦਾਂ ਅਸੀਂ ਆਪਣੀ ਲੋੜ ਨਾਲੋਂ ਜ਼ਿਆਦਾ ਖੁਰਾਕ ਲੈ ਲੈਂਦੇ ਹਾਂ, ਅਸੀਂ ਫਿਜ਼ੀਕਲ ਐਕਟੀਵਿਟੀ ਘੱਟ ਕਰਦੇ ਹਾਂ। ਕਈ ਪੇਸ਼ੈਂਟਸ ਵਿੱਚ ਮੋਟਾਪਾ ਦਵਾਈਆਂ ਦੇ ਸਾਈਡ ਇਫੈਕਟ ਕਰਕੇ ਆ ਜਾਂਦਾ, ਕਈ ਪੇਸ਼ੈਂਟਸ ਵਿੱਚ ਮੋਟਾਪਾ ਜੈਨੇਟਿਕ ਫੈਕਟਰਸ ਕਰਕੇ ਹੁੰਦਾ। ਦੈਟ ਮੀਨਸ ਕਿ ਹਰ ਮੋਟਾ ਪੇਸ਼ੈਂਟ, ਜਿਹੜਾ ਮੋਟਾ ਇਨਸਾਨ ਆ, ਉਹਦਾ ਕਾਰਨ ਸੇਮ ਨਹੀਂ ਹੈਗਾ। ਅਲੱਗ-ਅਲੱਗ ਲੋਕਾਂ ਵਿੱਚ ਅਲੱਗ-ਅਲੱਗ ਕਾਰਨ ਹੋ ਸਕਦਾ, ਬਟ ਜਿਹੜਾ ਮਰਜ਼ੀ ਕਾਰਨ ਹੋਵੇ, ਜਦੋਂ ਸਾਡਾ ਬੋਡੀ ਵੇਟ ਲੋੜ ਨਾਲੋਂ ਜ਼ਿਆਦਾ ਹੋਵੇ ਤਾਂ ਸਾਡੇ ਸਰੀਰ ਦੇ ਹਰ ਅੰਗ 'ਤੇ ਇਹ ਸਟਰੈਸ ਪਾਉਂਦਾ ਆ। ਉਹ ਸਾਡੇ ਫੇਫੜਿਆਂ 'ਤੇ, ਸਾਡੇ ਹਾਰਟ 'ਤੇ, ਸਾਡੀਆਂ ਕਿਡਨੀਆਂ 'ਤੇ ਵੀ ਸਟਰੈਸ ਪਾਉਂਦਾ। ਅਤੇ ਮੇਰੇ ਲਈ ਚਾਹੇ ਇੱਕ ਨੋਰਮਲ ਕ੍ਰੀਏਟਿਨਿਨ ਵਾਲਾ ਪੇਸ਼ੈਂਟ ਆ, ਚਾਹੇ ਐਡਵਾਂਸਡ ਕਿਡਨੀ ਡਿਜ਼ੀਜ਼ ਵਾਲਾ ਪੇਸ਼ੈਂਟ ਆ, ਹਰ ਪੇਸ਼ੈਂਟ ਲਈ ਇੱਕ ਕਾਮਨ ਸਲਾਹ ਹੁੰਦੀ ਕਿ ਪਹਿਲਾਂ ਆਪਣੇ ਵੇਟ ਨੂੰ ਕੰਟਰੋਲ ਕਰੋ। ਵੇਟ ਨੂੰ ਕੰਟਰੋਲ ਕਰਨ ਲਈ ਡਾਈਟਰੀ ਹੈਲਪ ਲੈਣੀ ਆ, ਫਿਜ਼ੀਕਲ ਐਕਟੀਵਿਟੀ ਵਧਾਉਣੀ ਆ।
ਦੂਸਰਾ ਜਿਹੜਾ ਹੈਗਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਜਿਹੜੇ ਮਰੀਜ਼ ਹੈਗੇ ਆ ਉਹਨਾਂ ਨੂੰ ਨਿਯਮਿਤ ਤਰੀਕੇ ਨਾਲ ਆਪਣੀ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਆ। ਬਹੁਤ ਵਾਰ ਇਦਾਂ ਹੁੰਦਾ ਕਿ ਪੇਸ਼ੈਂਟ ਨੂੰ ਪੁੱਛੀਦਾ ਜੀ ਤੁਹਾਡੀ ਤਬੀਅਤ ਕਿੱਦਾਂ ਜੀ, ਮੈਂ ਠੀਕ ਆ, ਸ਼ੂਗਰ ਕਿੱਦਾਂ, ਸ਼ੂਗਰ ਵੀ ਠੀਕ ਆ, ਕਿੱਦਾਂ ਠੀਕ ਆ, ਚੈੱਕ ਕੀਤੀ ਸੀ, ਨਹੀਂ ਚੈੱਕ ਨਹੀਂ ਕੀਤੀ, ਉੱਦਾਂ ਹੀ ਅਸੀਂ ਠੀਕ ਆ। ਤੇ ਇਹ ਬਹੁਤ ਮਿਸਕਨਸੈਪਸ਼ਨ ਆ। ਇਨਫੈਕਟ ਜੇ ਮੈਨੂੰ ਅੱਜ ਸ਼ੂਗਰ ਡਾਇਗਨੋਸ ਹੋਈ ਆ ਤਾਂ ਪਹਿਲੇ ਦਿਨ ਤੋਂ ਹੀ ਮੈਨੂੰ ਪਤਾ ਹੋਣਾ ਚਾਹੀਦਾ ਕਿ 10-15 ਸਾਲਾਂ ਬਾਅਦ ਬਲੱਡ ਸ਼ੂਗਰ ਕਰਕੇ ਇਹ ਸਮੱਸਿਆਵਾਂ ਜਟਿਲਤਾਵਾਂ ਬਣ ਸਕਦੀਆਂ ਨੇ। ਜਿੰਨਾ ਧਿਆਨ ਅਸੀਂ ਸ਼ੂਗਰ ਦਾ ਸ਼ੁਰੂਆਤੀ ਸਾਲਾਂ ਵਿੱਚ ਰੱਖਾਂਗੇ ਉਨਾ ਸਾਡੇ ਆਉਣ ਵਾਲੇ 10-15 ਸਾਲ ਸੌਖੇ ਰਹੋਗੇ। ਸੇਮ ਹੈਪਨਸ ਵਿਦ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਲੋਕੀ 200 ਤੇ ਵੀ ਠੀਕ ਠਾਕ ਘੁੰਮਦੇ ਆ। ਬਹੁਤ ਲੋਕੀ ਸੋਚਦੇ ਜੀ ਸਾਨੂੰ ਤਾਂ ਕੋਈ ਸਿਰ ਦਰਦ ਨਹੀਂ ਹੋਇਆ, ਸਾਨੂੰ ਚੱਕਰ ਨਹੀਂ ਆਏ ਤਾਂ ਸਾਡਾ ਬੀਪੀ ਨਾਰਮਲ ਆ। ਇਹ ਵੀ ਇੱਕ ਮਿਸਕਨਸੈਪਸ਼ਨ ਆ। ਬਲੱਡ ਪ੍ਰੈਸ਼ਰ ਨੂੰ ਚੈੱਕ ਕਰਵਾ ਕੇ ਹੀ ਯਕੀਨੀ ਬਣਾਓ ਕਿ ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਆ। ਐਕਚੁਅਲੀ ਜ਼ਿਆਦਾ ਹਾਈ ਬਲੱਡ ਪ੍ਰੈਸ਼ਰ ਤੇ ਨਾ ਕਿ ਸਾਡੇ ਗੁਰਦਿਆਂ ਤੇ ਬਲਕਿ ਸਾਡੇ ਹਾਰਟ ਤੇ ਵੀ ਬਹੁਤ ਲੋਡ ਪੈਂਦਾ ਆ। ਅੱਜ ਦੀ ਡੇਟ ਵਿੱਚ ਕੋਈ ਵੀ ਪੇਸ਼ੈਂਟ ਕਿਡਨੀ ਫੇਲੀਅਰ ਨਾਲ ਨਹੀਂ ਮਰਦਾ, ਕਿਉਂਕਿ ਜਿਹੜਾ ਪੇਸ਼ੈਂਟ ਅਫੋਰਡ ਕਰ ਸਕਦਾ ਉਹ ਡਾਇਲਿਸਿਸ ਨਾਲ ਵੀ ਕਾਫੀ ਲੰਬਾ ਸਮਾਂ ਕੱਢ ਲੈਂਦਾ ਆ। ਕਿਡਨੀ ਵਾਲਾ ਪੇਸ਼ੈਂਟ ਵੀ ਬੇਸਿਕਲੀ ਕਾਰਡੀਅਕ ਪ੍ਰੋਬਲਮਸ ਕਰਕੇ ਆਪਣੀ ਜਾਨ ਗਵਾ ਦਿੰਦਾ ਆ। ਇਸ ਕਰਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਨਾਲ ਅਸੀਂ ਆਪਣੇ ਹਾਰਟ ਤੇ ਆਪਣੀ ਕਿਡਨੀ ਦੋਨਾਂ ਦਾ ਅੱਛਾ ਖਿਆਲ ਰੱਖ ਸਕਦੇ ਹਾਂ। ਤੁਸੀਂ ਸੀਨੀਅਰ ਕੰਸਲਟੈਂਟ ਹੋ ਤੇ ਤੁਸੀਂ ਕਾਫੀ ਤੁਹਾਡਾ ਐਕਸਪੀਰੀਅੰਸ ਵੀ ਹੈ, ਤੁਸੀਂ ਕਾਫੀ ਪੇਸ਼ੈਂਟ ਨੂੰ ਦੇਖਿਆ ਤੇ ਗੱਲ ਕੀਤੀ ਤੁਸੀਂ ਡਾਇਲਿਸਿਸ ਦੀ, ਕਿ ਹਰ ਪੇਸ਼ੈਂਟ ਨੂੰ ਕਿਡਨੀ ਵਾਲੇ ਨੂੰ ਡਾਇਲਿਸਿਸ ਦੀ ਜ਼ਰੂਰਤ ਪੈਂਦੀ ਹੈ ਜਾਂ ਕੋਈ ਐਸਾ ਵੀ ਕੋਈ ਤਰੀਕਾ ਹੈ ਜਿਹਦੇ ਨਾਲ ਜਾਂ ਕੋਈ ਦਵਾਈਆਂ ਦੇ ਨਾਲ ਜਾਂ ਕੋਈ ਹੋਰ ਤਰੀਕੇ ਨਾਲ ਕਿਡਨੀ, ਕਿਉਂਕਿ ਡਾਇਲਿਸਿਸ ਦਾ ਨਾਮ ਸੁਣਦੇ ਨਾ ਪੇਸ਼ੈਂਟ ਇੱਕ ਵਾਰੀ ਘਬਰਾ ਜਾਂਦਾ ਜੀ। ਉਹ ਕਹਿੰਦਾ ਡਾਇਲਿਸਿਸ, ਹੈ ਡਾਇਲਿਸਿਸ ਹੋ ਗਈ, ਡਾਇਲਿਸਿਸ ਕਰਵਾਉਣੀ ਪਏਗੀ, ਉਹਦੇ ਨਾਲ ਥੋੜ੍ਹਾ ਘਬਰਾ ਜਾਂਦਾ ਕੋਈ ਐਸਾ ਪੇਸ਼ੈਂਟ, ਕਿਉਂਕਿ ਪੇਸ਼ੈਂਟ ਦੀ ਜਿਹੜਾ ਮਾਈਂਡ ਸੈਟਅਪ ਜਿਹੜਾ ਬਹੁਤ ਹੋਣਾ ਬਹੁਤ ਜ਼ਰੂਰੀ ਹੈ, ਮਤਲਬ ਉਹਦਾ ਮੈਂਟਲੀ ਜਿਹੜਾ ਉਹਦਾ, ਤੇ ਕੋਈ ਐਸੀ ਵੀ ਕੋਈ ਤਰੀਕਾ ਹੈ ਜਿਹੜਾ ਬਗੈਰ ਡਾਇਲਿਸਿਸ ਤੋਂ ਕਿਡਨੀ ਦਾ ਇਲਾਜ ਮਰੀਜ਼ ਦਾ ਕੀਤਾ ਜਾ ਸਕੇ? ਸਰ ਐਕਚੁਅਲੀ ਡਾਇਲਿਸਿਸ ਲਾਸਟ ਰਿਜ਼ੋਰਟ ਆਪਸ਼ਨ ਰਹਿ ਜਾਂਦਾ ਆ। ਕ੍ਰੀਏਟਿਨਿਨ ਜਿਹੜੀ ਕਿ ਰਿਪੋਰਟ ਤੋਂ ਸਾਨੂੰ ਪਤਾ ਲੱਗਦਾ ਕਿ ਸਾਡੀ ਕਿਡਨੀ ਕਿੱਦਾਂ ਫੰਕਸ਼ਨ ਕਰਦੀ ਪਈ ਆ। ਈਵਨ 1.5 ਬਾਈ ਡੈਫੀਨੇਸ਼ਨ ਮੀਨਸ ਕਿਡਨੀ ਦੀ ਪ੍ਰੋਬਲਮ ਹੈਗੀ ਆ। 7 ਜਾਂ 8 ਕ੍ਰੀਏਟਿਨਿਨ ਤੱਕ ਜਾ ਕੇ ਵੀ ਕਈ ਪੇਸ਼ੈਂਟਸ ਨੂੰ ਡਾਇਲਿਸਿਸ ਦੀ ਲੋੜ ਨਹੀਂ ਪੈਂਦੀ ਹੈਗੀ। ਡਾਇਲਿਸਿਸ ਦੀ ਲੋੜ ਉਦੋਂ ਪੈਂਦੀ ਜਦੋਂ ਸਾਡੇ ਬਲੱਡ ਵਿੱਚ ਯੂਰੀਆ ਦੀ ਮਾਤਰਾ ਇੰਨੀ ਵੱਧ ਜਾਂਦੀ ਆ ਕਿ ਉਹਦੇ ਟੌਕਸਿਕ ਇਫੈਕਟ ਆਉਣੇ ਸ਼ੁਰੂ ਹੋ ਜਾਂਦੇ ਆ। ਉਹ ਯੂਰੀਆ ਦਾ ਜਿਹੜਾ ਲੈਵਲ ਆ ਸਾਡੇ ਦਿਮਾਗ 'ਤੇ ਅਸਰ ਕਰਦਾ, ਸਾਡੀਆਂ ਆਂਤੜੀਆਂ 'ਤੇ ਅਸਰ ਕਰਦਾ, ਸਾਡੇ ਸਰੀਰ 'ਚ ਪਾਣੀ ਇਕੱਠਾ ਹੋਣਾ ਜ਼ਿਆਦਾ ਸ਼ੁਰੂ ਹੋ ਜਾਂਦਾ ਆ। ਉਹਨੂੰ ਜਦੋਂ ਜਾਨ ਤੋਂ ਖਤਰਾ ਬਣਨ ਲੱਗਦਾ ਆ ਫਿਰ ਅਸੀਂ ਡਾਇਲਿਸਿਸ ਦੀ ਸੁਜੈਸ਼ਨ ਦੇਈਦੀ ਆ। ਹਰ ਪੇਸ਼ੈਂਟ ਐਕਚੁਅਲੀ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਵੀ ਸੋਚਦਾ ਕਿ ਮੇਰੀ ਕਿਡਨੀ ਦੀ ਪ੍ਰੋਬਲਮ ਆ ਤੇ ਅਲਟੀਮੇਟ ਚੀਜ਼ ਉਹਦੇ ਦਿਮਾਗ 'ਚ ਹੀ ਆਉਂਦੀ ਆ। ਦੇਖਿਆ ਗਿਆ ਕਿ ਹਰ ਕਿਡਨੀ ਪੇਸ਼ੈਂਟ ਨੂੰ ਡਾਇਲਿਸਿਸ ਦੀ ਲੋੜ ਨਹੀਂ ਹੁੰਦੀ, ਪ੍ਰੋਵਾਈਡਡ ਅਸੀਂ ਉਹਨੂੰ ਟਾਈਮਲੀ ਡਿਟੈਕਟ ਕਰ ਲਈਏ। ਉਸ ਤੋਂ ਬਾਅਦ ਪੇਸ਼ੈਂਟ ਨੂੰ ਸਮਝਾਈਏ ਕਿ ਤੁਸੀਂ ਕਿਹੜੇ ਪ੍ਰੀਕਾਸ਼ਨ ਲੈਣੇ ਆ, ਕਿੱਦਾਂ ਆਪਣੇ ਟਾਈਮਲੀ ਟੈਸਟ ਕਰਾਉਣੇ ਆ, ਡਾਈਟ ਮੋਡੀਫਿਕੇਸ਼ਨ ਕੀ ਕਰਨੀ ਆ, ਕਿਹੜੀਆਂ ਦਵਾਈਆਂ ਤੁਹਾਡੇ ਲਈ ਸੇਫ ਨਹੀਂ ਹੈਗੀਆਂ। ਤਾਂ ਮੇਰੇ ਵੀ ਕਾਫੀ ਪੇਸ਼ੈਂਟਸ ਫੋਲੋਅਪ 'ਚ ਹੈਗੇ ਆ ਜਿਹੜੇ ਕਿ ਲੰਬੇ ਸਮੇਂ ਤੋਂ ਆਪਣੇ ਕ੍ਰੀਏਟਿਨਿਨ ਲੈਵਲ ਨੂੰ ਸਟੇਬਲ ਮੇਨਟੇਨ ਕਰਦੇ ਪਏ ਆ। ਬਟ ਅਲਟੀਮੇਟਲੀ ਕਈ ਪੇਸ਼ੈਂਟਸ ਵਿੱਚ ਇੱਕ ਐਸੀ ਸਿਚੁਏਸ਼ਨ ਆ ਜਾਂਦੀ ਆ ਜਿੱਥੇ ਡਾਇਲਿਸਿਸ ਨੂੰ ਤੋਂ ਨਹੀਂ ਬਚਿਆ ਜਾ ਸਕਦਾ। ਉੱਦਾਂ ਦੇ ਕੇਸਿਸ 'ਚ ਅਸੀਂ ਸਲਾਹ ਦਿੰਦੇ ਹਾਂ ਕਿ ਜਿੰਨਾ ਅਸੀਂ ਟਾਈਮ ਸਿਰ ਡਾਇਲਿਸਿਸ ਦਾ ਇਲਾਜ ਸ਼ੁਰੂ ਕਰ ਲਈਏ ਓਨਾ ਮਰੀਜ਼ ਦੀ ਜਾਨ ਨੂੰ ਖਤਰਾ ਘੱਟ ਬਣਦਾ ਆ ਅਤੇ ਮਰੀਜ਼ ਦੀ ਜਿਹੜੀ ਰਿਕਵਰੀ ਬੈਕ ਟੂ ਨਾਰਮਲ ਉਹ ਜਲਦੀ ਹੋ ਜਾਂਦੀ ਆ। ਕੋਈ ਐਸਾ ਤਰੀਕਾ ਵੀ ਹੈ ਜੀ ਡਾਇਲਿਸਿਸ ਹੋ ਰਿਹਾ ਤਾਂ ਉਹਨੂੰ ਹਟਾਇਆ ਜਾ ਸਕੇ ਅਤੇ ਉਹਦੇ ਨਾਲ ਕੋਈ ਹੋਰ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ? ਸਰ ਐਕਚੁਅਲੀ ਡਾਇਲਿਸਿਸ ਦਾ ਕਾਰਨ ਸਿਰਫ ਐਂਡ ਸਟੇਜ ਕਿਡਨੀ ਡਿਜ਼ੀਜ਼ ਨਹੀਂ ਹੁੰਦੇ ਹੈਗੇ, ਕਈ ਵਾਰੀ ਅਕਿਊਟ ਕਿਡਨੀ ਪ੍ਰੋਬਲਮਸ ਹੁੰਦੀਆਂ। ਕੁਝ ਗਲੋਮੈਰੂਲੋਨੇਫਰਾਈਟਿਸ ਨਾਮਕ ਬਿਮਾਰੀਆਂ ਹੁੰਦੀਆਂ ਜਿਹਦੇ ਵਿੱਚ ਅਚਾਨਕ ਕਿਡਨੀ ਨੂੰ ਅਟੈਕ ਹੋਇਆ ਪਰ ਕਿਡਨੀ ਰਿਕਵਰ ਕਰ ਗਈ। ਇੱਦਾਂ ਦੇ ਪੇਸ਼ੈਂਟਸ ਨੂੰ ਸ਼ਾਰਟ ਟਰਮ ਡਾਇਲਿਸਿਸ ਦੀ ਲੋੜ ਹੁੰਦੀ ਆ। 2 ਹਫ਼ਤੇ ਡਾਇਲਿਸਿਸ ਕੀਤੇ, 3 ਹਫ਼ਤੇ ਡਾਇਲਿਸਿਸ ਕੀਤੇ, ਕਈ ਪੇਸ਼ੈਂਟਸ ਨੂੰ 1.5-2 ਮਹੀਨੇ ਡਾਇਲਿਸਿਸ ਦੀ ਵੀ ਲੋੜ ਪੈਂਦੀ ਆ। ਜਿਹੜੇ ਪੇਸ਼ੈਂਟਸ ਵਿੱਚ ਰਿਵਰਸੀਬਲ ਫੈਕਟਰ ਹੈਗੇ ਆ ਉਹ ਕਿਡਨੀ ਰਿਕਵਰ ਕਰ ਲੈਂਦੇ ਆ, ਉਹਨਾਂ ਦੀ ਡਾਇਲਿਸਿਸ ਬੰਦ ਹੋ ਜਾਂਦੀ ਆ। ਪਰ ਜੇ ਅਸੀਂ ਇਹਨਾਂ ਪੇਸ਼ੈਂਟ ਦੀ ਰਿਪੋਰਟਸ ਦੇ ਹਿਸਾਬ ਨਾਲ ਬਾਕੀ ਸਾਰੇ ਪੈਰਾਮੀਟਰਸ ਦੇ ਹਿਸਾਬ ਨਾਲ ਇੱਕ ਵਾਰੀ ਕ੍ਰੋਨਿਕ ਕਿਡਨੀ ਡਿਜ਼ੀਜ਼ ਦਾ ਡਾਇਗਨੋਸ ਕਰਤਾ, ਐਂਡ ਸਟੇਜ ਰੀਨਲ ਡਿਜ਼ੀਜ਼, ਉਹਦੇ ਵਿੱਚ ਡਾਇਲਿਸਿਸ ਬੰਦ ਹੋਣਾ ਮੁਸ਼ਕਿਲ ਆ। ਫਿਰ ਲਾਈਫ ਨੂੰ ਸਸਟੇਨ ਕਰਨ ਲਈ ਲਾਈਫ ਲੌਂਗ ਡਾਇਲਿਸਿਸ, ਟ੍ਰਾਂਸਪਲਾਂਟ ਜਾਂ ਪੈਰੀਟੋਨੀਅਲ ਡਾਇਲਿਸਿਸ ਕਰਵਾਉਣੀ ਪੈਂਦੀ ਆ। ਐਂਡ ਸਟੇਜ ਕਿਡਨੀ ਡਿਸੀਜ਼ ਜਿਹੜੀ ਹੈ ਜੀ ਉਹ ਵੀ ਵਰਲਡ ਵਾਈਜ਼ ਕਹਿੰਦੇ ਨੇ ਕਿ ਹਰ 10 ਲੱਖ ਦੇ ਪਿੱਛੇ 150 ਤੋਂ 200 ਜਿਹੜੇ ਮਰੀਜ਼ ਇਸ ਵੇਲੇ ਸ਼ਿਕਾਰ ਨੇ ਜੀ। ਅਤੇ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡਾ ਇਹਦੇ ਵਾਸਤੇ ਕੀ ਤੁਸੀਂ ਐਡਵਾਈਜ਼ ਕਰਦੇ ਹੋ ਪੇਸ਼ੈਂਟ ਨੂੰ? ਸਰ ਐਕਚੁਅਲੀ ਜਿਹੜਾ ਐਂਡ ਸਟੇਜ ਕਿਡਨੀ ਡਿਜ਼ੀਜ਼ ਦਾ ਟਰੀਟਮੈਂਟ ਆ, ਚਾਹੇ ਉਹ ਟ੍ਰਾਂਸਪਲਾਂਟ ਆ, ਚਾਹੇ ਉਹ ਡਾਇਲਿਸਿਸ ਆ, ਉਹ ਬਹੁਤ ਐਕਸਪੈਂਸਿਵ ਆ। ਈਵਨ ਮਿਡਲ ਕਲਾਸ ਫੈਮਲੀਜ਼ ਵੀ ਇੱਕ ਪੁਆਇੰਟ 'ਤੇ ਆ ਕੇ ਰਿਸੋਰਸਿਸ ਤੋਂ ਐਗਜ਼ੌਸਟ ਹੋ ਜਾਂਦੇ ਆ ਅਤੇ ਉਹ ਇਲਾਜ ਦਾ ਖਰਚਾ ਨਹੀਂ ਕਰ ਪਾਉਂਦੇ ਹੈਗੇ। ਥੈਂਕਫੁਲੀ ਅੱਜ ਦੀ ਡੇਟ ਵਿੱਚ ਕਾਫੀ ਗੌਰਮੈਂਟ ਸਕੀਮਸ ਹੈਗੀਆਂ ਜਿਹਦੇ ਅਧੀਨ ਕਾਫੀ ਪੇਸ਼ੈਂਟਸ ਲੌਂਗ ਟਰਮ ਡਾਇਲਿਸਿਸ ਕਰਵਾ ਰਹੇ ਨੇ। ਬਟ ਜਿੱਦਾਂ ਕਹਿੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ।
ਜਿੰਨਾ ਅਸੀਂ ਇਸ ਬਿਮਾਰੀ ਨੂੰ ਪਹਿਲਾਂ ਪਕੜ ਕੇ ਡਿਲੇ ਕਰ ਲਈਏ, ਜੇ ਮੈਂ ਕਿਸੇ ਪੇਸ਼ੈਂਟ ਦੇ 3 ਤੋਂ 4 ਸਾਲ ਵੀ ਬਿਨਾਂ ਡਾਇਲਿਸਿਸ ਤੋਂ ਕਢਾਤੇ, ਮੈਨੂੰ ਲੱਗੂਗਾ ਕਿ ਮੈਂ ਆਪਣਾ ਟਾਰਗੇਟ ਅਚੀਵ ਕਰ ਲਿਆ। ਅੱਜ ਦੀ ਸੈਟਿੰਗ ਵਿੱਚ ਇੰਡੀਆ ਵਿੱਚ ਇੱਕ ਅੱਛੇ ਸੈਂਟਰ ਤੇ ਡਾਇਲਿਸਿਸ ਕਰਵਾਉਣ ਦਾ ਖਰਚਾ 20 ਤੋਂ 25 ਹਜ਼ਾਰ ਦਾ ਹੈਗਾ। ਦੈਟ ਮੀਨਸ ਕਿ ਅਪਰੋਕਸੀਮੇਟਲੀ ਸਾਲ ਦਾ 3 ਲੱਖ ਦਾ ਖਰਚਾ ਹੈ। ਪਰ ਜੇ ਅਸੀਂ ਆਪਣੀ ਡਾਈਟ ਨੂੰ ਕੰਟਰੋਲ ਕਰਕੇ, ਆਪਣੇ ਸ਼ੂਗਰ ਬੀਪੀ ਨੂੰ ਅੱਛੇ ਤਰੀਕੇ ਨਾਲ ਕੰਟਰੋਲ ਕਰਕੇ ਡਾਇਲਿਸਿਸ ਦੀ ਰਿਕੁਆਇਰਮੈਂਟ ਨੂੰ ਸਪੋਜ਼ 5 ਸਾਲ ਵੀ ਡਿਲੇ ਕਰ ਲਏ, ਦੈਟ ਮੀਨਸ ਕਿ ਮੈਂ 15 ਲੱਖ ਰੁਪਇਆ ਬਚਾ ਲਿਆ। ਇੱਕ ਪੇਸ਼ੈਂਟ ਪਿੱਛੇ ਜੇ ਮੈਂ 15 ਲੱਖ ਬਚਾਇਆ ਤਾਂ ਸੋਚੋ ਕਿ ਜਿੰਨੀ ਸਾਡੀ ਪੋਪੂਲੇਸ਼ਨ ਹੈਗੀ ਉਹ 'ਚ ਕਿੰਨੇ ਕਿਡਨੀ ਦੇ ਮਰੀਜ਼ ਆ ਤੇ ਅਸੀਂ ਕਿੰਨੇ ਕਰੋੜਾਂ ਦਾ ਆਪਣਾ ਫਾਇਦਾ ਕਰ ਸਕਦੇ ਹਾਂ। ਪਲੱਸ ਐਟ ਅ ਬੈਟਰ ਕੁਆਲਿਟੀ ਆਫ ਲਾਈਫ, ਕਿਉਂਕਿ ਕੁਦਰਤ ਦੀ ਬਣਾਈ ਜੋ ਕਿਡਨੀ ਆ ਉਹਦੀ ਰੀਸੀਵਨ ਡਾਇਲਿਸਿਸ ਜਾਂ ਟ੍ਰਾਂਸਪਲਾਂਟ ਨਹੀਂ ਕਰ ਸਕਦੇ। ਆਰਟੀਫੀਸ਼ੀਅਲ ਤਰੀਕੇ ਨਾਲ ਅਸੀਂ ਕੋਸ਼ਿਸ਼ ਜ਼ਰੂਰ ਕਰੀਦੀ ਆ। ਕਾਫੀ ਪੇਸ਼ੈਂਟਸ ਇਹ ਕੋਸ਼ਿਸ਼ ਸਕਸੈਸਫੁਲ ਹੁੰਦੀ ਆ, ਕੁਝ ਪੇਸ਼ੈਂਟਸ ਵਿੱਚ ਟ੍ਰੀਟਮੈਂਟ ਦੇ ਬਾਵਜੂਦ ਵੀ ਕੁਝ ਕਮੀਆਂ ਰਹਿ ਜਾਂਦੀਆਂ। ਇੱਦਾਂ ਦੀ ਕੋਈ ਵੀ ਦਵਾਈ ਨਹੀਂ ਹੈਗੀ, ਨਾ ਦੇਸੀ, ਅੰਗਰੇਜ਼ੀ, ਹੋਮੋਪੈਥੀ, ਜਿਹਦੇ ਨਾਲ ਗਰੰਟੀ ਹੋਵੇ ਕਿ ਕ੍ਰੀਏਟਿਨਿਨ ਘਟ ਜਾਂਦਾ ਜਾਂ ਨਾਰਮਲ ਆ ਜਾਂਦਾ ਜਾਂ ਅੱਗੇ ਨਾ ਵਧੇ। ਜਿੱਦਾਂ ਅਸੀਂ ਉਮਰ ਦੇ ਹਿਸਾਬ ਨਾਲ ਬੁਢਾਪੇ ਨੂੰ ਨਹੀਂ ਰੋਕ ਸਕਦੇ ਹੈਗੇ, ਇੱਦਾਂ ਹੀ ਏਜ ਦੇ ਹਿਸਾਬ ਨਾਲ ਕਿਡਨੀ ਨੇ ਵੀਕ ਹੋਣਾ ਹੀ ਆ। ਬਟ ਅੱਛੇ ਕੰਟਰੋਲ ਦੇ ਨਾਲ, ਅੱਛੇ ਫੋਲੋਅਪ ਦੇ ਨਾਲ ਅਸੀਂ ਜਿਹੜੀਆਂ ਕੰਪਲਿਕੇਸ਼ਨਸ ਬਣਦੀਆਂ ਕਿਡਨੀ ਦੀਆਂ ਬਿਮਾਰੀਆਂ ਤੋਂ, ਉਹਦੇ ਤੋਂ ਪੇਸ਼ੈਂਟ ਨੂੰ ਬਚਾ ਸਕਦੇ ਹਾਂ। ਇਹ ਸਨ ਡਾਕਟਰ ਹਰਮੀਤ ਰਿਆਤ। ਇਹਨਾਂ ਨੇ ਕਿਡਨੀ ਦੇ ਰੋਗਾਂ ਸੰਬੰਧੀ ਤੁਹਾਨੂੰ ਵਿਸਥਾਰਪੂਰਵਕ ਦੱਸਿਆ ਔਰ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਨੇ, ਆਮ ਜਿਹੜੇ ਲੋਕ ਨੇ, ਉੱਥੋਂ ਲਾਭ ਲੈਣਗੇ, ਉੱਥੋਂ ਲਾਹਾ ਲੈਣਗੇ ਅਤੇ ਕਿਡਨੀ ਦੇ ਰੋਗਾਂ ਤੋਂ ਬਚੇ ਰਹਿਣਗੇ। ਮੈਂ ਪ੍ਰਵੀਨ ਸ਼ਰਮਾ, ਪ੍ਰੋਗਰਾਮ ਪ੍ਰੋਡਿਊਸਰ, ਸਮਾਈਲ ਗਰਾਊਂਡ ਰਿਪੋਰਟ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਪ੍ਰੋਗਰਾਮ ਸੰਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ਮੋਬਾਈਲ 94 172 13 988 94 172